ऐसा लग रहा है जैसे मैं अपने कुटुंब के बीच आ गया। But force the BJP to carry out the caste census or then get out of the way so we can carry out the ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ, ਅਲਾਈਅੰਸ ਕਰ ਲਿਆ, ਮੈਨੂੰ ਦੱਸੋ। ਸਤਿ ਸ਼੍ਰੀ ਅਕਾਲ। ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਹੋ ਤੁਸੀਂ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ। ਸਾਲ 2023 ਦੀ ਸਿਆਸਤ ਦੀ ਗੱਲ ਕਰਾਂਗੇ ਜੋ ਕਾਫੀ ਦਿਲਚਸਪ ਮੋੜ ਲੈਂਦੇ ਹੋਏ ਨਜ਼ਰ ਆਈ। ਇੱਕ ਪਾਸੇ ਜਿੱਥੇ 2014 ਤੋਂ ਭਾਜਪਾ ਨੇ ਦੇਸ਼ ਦੀ ਸੱਤਾ ਤੇ ਮਜ਼ਬੂਤ ਪਕੜ ਬਣਾਈ ਹੋਈ ਹੈ ਤਾਂ ਦੂਜੇ ਪਾਸੇ ਵਿਰੋਧੀਆਂ ਦੇ ਲਈ ਉਸ ਪਕੜ ਨੂੰ ਕਮਜ਼ੋਰ ਕਰਨਾ ਵਕਾਰ ਦਾ ਸਵਾਲ ਬਣ ਗਿਆ। 2023 ਦੀ ਸਿਆਸਤ ਦੀ ਇਹੋ ਵੱਖਰੀ ਤਸਵੀਰ ਤੁਹਾਨੂੰ ਵਿਖਾਵਾਂਗੇ ਕਿ ਕਿੰਜ ਦੇਸ਼ ਦੀਆਂ तमाम ਸਿਆਸੀ ਤੇ ਭਾਜਪਾ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਤੇ ਮੋਦੀ ਸਰਕਾਰ ਨੂੰ ਹਰਾਉਣ ਦਾ ਅਹਿਦ ਲਿਆ ਹੈ। ਪੇਸ਼ ਹੈ ਇਸ ਬਾਬਤ ਸਾਡੀ ਖਾਸ ਰਿਪੋਰਟ, ਇੰਡੀਆ ਵਰਸਸ ਐਨਡੀਏ। ਵਿਰੋਧੀਆਂ ਦੀ ਤਿਆਰੀ ਮੋਦੀ ਤੇ ਭਾਰੀ। ਆਈਐਨਡੀਆਈਏ ਗੱਠਜੋੜ ਕਰੇਗਾ ਕਮਾਲ। ਜਿੱਤੇਗਾ ਇੰਡੀਆ ਜਾਂ ਖਿੜੇਗਾ ਕਮਲ। ਇੰਡੀਆ ਦੀ ਰਣਨੀਤੀ ਐਨਡੀਏ ਤੇ ਭਾਰੀ। ਕਿਸ ਗੱਠਜੋੜ ਹੱਥ ਹੋਵੇਗੀ ਦੇਸ਼ ਦੀ ਸੱਤਾ। ਕਾਂਗਰਸ ਤਕਰੀਬਨ 10 ਸਾਲਾਂ ਤੋਂ ਭਾਰਤ ਦੀ ਕੇਂਦਰੀ ਸੱਤਾ ਤੇ ਕਾਬਜ਼ ਨਹੀਂ ਹੋ ਸਕੀ। ਹਾਲਾਂਕਿ ਇਸ ਤੋਂ ਪਹਿਲਾਂ 2004 ਤੋਂ ਲੈ ਕੇ 2014 ਤੱਕ ਲਗਾਤਾਰ ਯੂਪੀਏ ਸਰਕਾਰ ਰਹੀ ਹੈ। ਪਰ 2014 ਦੀਆਂ ਲੋਕ ਸਭਾ ਚੋਣਾਂ ਨੇ ਕਾਫੀ ਕੁਝ ਬਦਲ ਦਿੱਤਾ ਸੀ ਤੇ ਫਿਰ ਭਰਪੂਰ ਬਹੁਮਤ ਦੇ ਨਾਲ ਭਾਜਪਾ ਸਰਕਾਰ ਸੱਤਾ 'ਚ ਆਈ। ਇਹ ਉਹੀ ਸਮਾਂ ਸੀ ਜਦੋਂ ਭਾਜਪਾ ਦੇ ਵੱਲੋਂ ਆਪਣੇ ਪ੍ਰਚਾਰ ਲਈ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਦੀ ਪਹਿਲੀ ਵੇਰ ਵੱਡੇ ਪੱਧਰ ਤੇ ਵਰਤੋਂ ਕੀਤੀ ਗਈ ਸੀ ਤੇ 2014 ਦੇ ਮਗਰੋਂ ਭਾਜਪਾ ਨੇ ਦੇਸ਼ ਦੀ ਸੱਤਾ ਤੇ ਅਜਿਹੀ ਪਕੜ ਬਣਾਈ ਕਿ ਉਸ ਪਕੜ ਨੂੰ ਕਮਜ਼ੋਰ ਕਰਨ ਲਈ ਹੁਣ ਦੇਸ਼ ਦੀਆਂ तमाम ਸਿਆਸੀ ਤੇ ਭਾਜਪਾ ਵਿਰੋਧੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਨੇ ਤੇ ਇਸ ਮੰਚ ਨੂੰ ਨਾਮ ਦਿੱਤਾ ਗਿਆ ਹੈ ਇੰਡੀਆ ਗੱਠਜੋੜ। 2014 ਦੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਦੀ ਭਾਰੀ ਜਿੱਤ ਤੋਂ ਬਾਅਦ ਨਰਿੰਦਰ ਮੋਦੀ ਨੇ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। 2019 ਦੀਆਂ ਲੋਕ ਸਭਾ ਚੋਣਾਂ 'ਚ ਐਨਡੀਏ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਵਜੋਂ ਨਰਿੰਦਰ ਮੋਦੀ ਦਾ ਦੂਜਾ ਕਾਰਜਕਾਲ ਸ਼ੁਰੂ ਹੋਇਆ। 6 ਦਸੰਬਰ 2020 ਨੂੰ ਉਹ ਭਾਰਤ ਦੇ ਚੌਥੇ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਪ੍ਰਧਾਨ ਮੰਤਰੀ ਤੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਬਣੇ। ਲਗਾਤਾਰ 10 ਸਾਲ ਤੱਕ ਦੇਸ਼ ਦੀ ਸੱਤਾ ਤੇ ਰਾਜ ਕਰਨ ਵਾਲੀ ਮੋਦੀ ਸਰਕਾਰ ਨੂੰ ਡੇਗਣ ਲਈ ਵਿਰੋਧੀ ਧਿਰਾਂ ਨੇ ਵੀ ਟੀਚਾ ਮਿਥ ਲਿਆ। ਭਾਜਪਾ ਨੂੰ ਲਾਂਭੇ ਕਰਨ ਦੇ ਲਈ 18 ਜੁਲਾਈ 2023 ਨੂੰ ਨੈਸ਼ਨਲ ਪੱਧਰ ਤੇ ਇੱਕ ਗੱਠਜੋੜ ਤਿਆਰ ਕੀਤਾ ਗਿਆ ਤੇ ਇਸ ਦਾ ਨਾਮ ਰੱਖਿਆ INDIA ਯਾਨੀ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਦੇਸ਼ ਦੀਆਂ 28 ਵਿਰੋਧੀ ਪਾਰਟੀਆਂ ਨੇ ਅਗਲੀਆਂ ਲੋਕ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਦਾ ਮੁਕਾਬਲਾ ਕਰਨ ਲਈ ਇੰਡੀਆ ਗੱਠਜੋੜ ਬਣਾਇਆ ਤੇ ਰਣਨੀਤੀ ਉਲੀਕੀ ਗਈ। ਦੇਸ਼ ਦੀਆਂ तमाम ਮੋਦੀ ਵਿਰੋਧੀ ਪਾਰਟੀਆਂ ਇਕਜੁੱਟ ਹੋਈਆਂ ਤੇ ਫਿਰ ਸ਼ੁਰੂ ਹੋਈ ਸਿਖਰਾਂ ਦੀ ਸਿਆਸਤ। ਹੁਣ ਵਿਰੋਧੀ ਪਾਰਟੀਆਂ ਨੇ ਇੰਡੀਆ ਗੱਠਜੋੜ ਤਾਂ ਤਿਆਰ ਕਰ ਲਿਆ ਪਰ ਮੋਦੀ ਸਰਕਾਰ ਨੂੰ ਪਛਾੜਨ ਦਾ ਰਾਹ ਇੰਨਾ ਸੌਖਾ ਨਹੀਂ ਹੋਏਗਾ, ਜਿਸ ਦੇ ਲਈ ਲੋੜ ਸੀ ਖਾਸ ਸਟ੍ਰੈਟਜੀ ਦੇ ਲਈ ਪਲੈਨਿੰਗ ਦੀ। ਯਾਨੀ ਇਸ ਸਿਆਸੀ ਪੈਂਡੇ ਨੂੰ ਤੈਅ ਕਰਨ ਦੇ ਲਈ ਤੇ ਐਨਡੀਏ ਦਾ ਮੁਕਾਬਲਾ ਕਰਨ ਦੇ ਲਈ ਸ਼ੁਰੂ ਹੋਇਆ ਇੰਡੀਆ ਅਲਾਇੰਸ ਦੀਆਂ ਮੀਟਿੰਗਾਂ ਦਾ ਦੌਰ। ਕਿਹੜੀ ਮੀਟਿੰਗ ਕਿੱਥੇ ਹੋਈ ਤੇ ਕਿੰਜ ਵਿਰੋਧੀਆਂ ਨੇ ਰਲ ਕੇ ਪੂਰੀ ਰਣਨੀਤੀ ਉਲੀਕੀ, ਉਸ ਬਾਰੇ ਵੇਖਦੇ ਹਾਂ ਖਾਸ ਰਿਪੋਰਟ। 23 ਜੂਨ ਨੂੰ ਇੰਡੀਆ ਗੱਠਜੋੜ ਦੀ ਪਹਿਲੀ ਮੀਟਿੰਗ ਤਾਲਮੇਲ ਨੂੰ ਬਿਠਾਉਣ ਨੂੰ ਲੈ ਕੇ ਬਿਹਾਰ ਦੇ ਪਟਨਾ 'ਚ ਹੋਈ। ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਅਗਵਾਈ ਵਾਲੀ ਇਸ ਮੀਟਿੰਗ 'ਚ 16 ਪਾਰਟੀਆਂ ਦੇ ਵੱਲੋਂ ਸ਼ਮੂਲੀਅਤ ਕੀਤੀ गई। मुंबई में नरेंद्र मोदी के नट्टी पर चढ़ने जा रहे हैं हम लोग। आज का दिन नरेंद्र मोदी के नट्टी पर पकड़े हुए हैं, एकदम हटाना है। कन्वेनर वगैरह पर भी कुछ चर्चा होगी तो स्वीकार करिएगा। उसकी चर्चा है कि आपको पूरे नहीं, हमको कुछ नहीं बनना है। हम तो आपको बराबर कह रहे हैं
वो दूसरे लोगों को बनाया जाएगा, हमारी कोई इच्छा नहीं। हम तो सबको एकजुट करना चाहते हैं और सब मिल करके करें। हमको कुछ व्यक्तिगत नहीं चाहिए, हम तो सबके हित में चाहते हैं। इसलिए ये कभी मत सोचिए कि हम लोग कुछ चाहते हैं, सब बात नहीं। हम लोग तो सबको एकजुट कर रहे हैं। ਉਧਰ 18 ਜੁਲਾਈ ਨੂੰ ਕਰਨਾਟਕ ਦੇ ਬੰਗਲੁਰੂ 'ਚ ਦੂਜੀ ਬੈਠਕ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਤੇ ਇੰਡੀਆ ਗੱਠਜੋੜ ਦੀ ਫਾਰਮਲ ਫਾਊਂਡੇਸ਼ਨ ਕੀਤੀ ਗਈ। ਵਿਰੋਧੀ ਪਾਰਟੀਆਂ ਦੀ ਤੀਜੀ ਮੀਟਿੰਗ 31 ਅਗਸਤ ਤੋਂ 1 ਸਤੰਬਰ 2023 ਤੱਕ ਮੁੰਬਈ ਮਹਾਰਾਸ਼ਟਰ 'ਚ ਹੋਈ। ਮੀਟਿੰਗ ਦੀ ਅਗਵਾਈ ਸ਼ਿਵ ਸੈਨਾ ਦੇ ਪ੍ਰਧਾਨ ਉद्धਵ ਠਾਕਰੇ ਨੇ ਕੀਤੀ ਤੇ ਇਸ 'ਚ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ 5 ਰਾਜਾਂ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ। 2 ਦਿਨਾਂ ਵਿਚਾਰ ਵਟਾਂਦਰੇ ਦੇ ਦੌਰਾਨ ਗੱਠਜੋੜ ਨੇ ਆਉਣ ਵਾਲੀਆਂ ਆਮ ਚੋਣਾਂ ਦੇ ਲਈ ਮੁੱਖ ਚੋਣ ਮੁੱਦਿਆਂ ਤੇ ਚਰਚਾ ਕੀਤੀ। ਤਾਲਮੇਲ ਕਮੇਟੀ ਬਣਾਈ ਤੇ 2024 ਦੀਆਂ ਭਾਰਤੀ ਆਮ ਚੋਣਾਂ ਜਿੱਥੋਂ ਤੱਕ ਸੰਭਵ ਹੋ ਸਕੇ ਇਕੱਠੇ ਲੜਨ ਦੇ ਲਈ 3 ਨੁਕਾਤੀ ਮਤਾ ਪਾਸ ਕੀਤਾ। का भी मामला तय हो जाएगा, कौन सी पार्टी कहां से चुनाव लड़ेगी इसके बारे में भी चर्चा हुई। कितनी सीटों पे कौन सी पार्टी चुनाव लड़ेगी, और ये जितना जल्दी तय हो जाएगा उतना अच्छा है, क्योंकि पता नहीं नरेंद्र मोदी जी ने जो विशेष सत्र बुलाया है, मुझे तो उनकी सीधी तौर पे घबराहट दिखती है, बेचैनी दिखती है भारतीय जनता पार्टी और नरेंद्र मोदी जी के अंदर, कि वो इंडिया गठबंधन की जितनी मीटिंग हो रही है, जितनी बैठकें हो रही हैं, उसके बाद घबरा कर कोई ना कोई निर्णय लेते हैं। विशेष सत्र बुला रहे हैं, कोरोना की महामारी में विशेष सत्र नहीं बुलाया, नोटबंदी में त्राहिमाम हुआ देश के अंदर, उन्होंने विशेष सत्र नहीं बुलाया, मणिपुर हुआ, तमाम ऐसे राष्ट्रीय आपदा आई देश के अंदर, कभी उन्होंने नहीं बुलाया, और आज वो विशेष सत्र बुला रहे हैं। तो ये जो तमाम मुद्दे हैं, ये हम लोग जनता के बीच में अभियान चलाकर बताने का काम करेंगे। ਵਿਰੋਧੀ ਪਾਰਟੀਆਂ ਦੀ ਚੌਥੀ ਮੀਟਿੰਗ ਨਵੀਂ ਦਿੱਲੀ ਦੇ ਵਿੱਚ 19 ਦਸੰਬਰ 2023 ਨੂੰ ਹੋਈ। ਮੀਟਿੰਗ ਮੁੱਖ ਤੌਰ ਤੇ ਸੀਟਾਂ ਦੀ ਵੰਡ, ਸਾਂਝੀਆਂ ਰੈਲੀਆਂ ਤੇ ਪ੍ਰਧਾਨ ਮੰਤਰੀ ਦੇ ਚਿਹਰੇ ਤੇ ਗੱਠਜੋੜ ਦੇ ਕਨਵੀਨਰ ਬਾਰੇ ਚਰਚਾ ਕਰਨ ਦੇ ਲਈ ਰੱਖੀ ਗਈ ਸੀ। मोदी साहब गरीबों के लिए कभी भी काम नहीं करेंगे, ये यकीन मैं दिलाता हूं, क्योंकि उनकी हमेशा यही रणनीति रही है कि गरीबों के खिलाफ काम करते हैं। बड़े बड़े उद्योगपति के साथ वो मिलजुल के चलते हैं, और यहां पर तो कल ही एक रिपोर्ट आपके सामने राहुल गांधी जी ने रखा था, अडानी की संपत्ति बढ़ गई कैसी, बढ़ाए कौन, और कैसा आज कम से कम 75,000 करोड़ रुपए गरीबों के जो पैसे थे उनके जेब में कैसा गया, ये सारी चीजें उन्होंने बताया। ਦੇਸ਼ 'ਚ ਇੰਡੀਆ ਗੱਠਜੋੜ ਹੋਇਆ, ਪਰ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਗੱਠਜੋੜ ਦਾ ਆਧਾਰ ਕੁਝ ਸਪਸ਼ਟ ਨਹੀਂ ਹੋ ਸਕਿਆ। ਜਾਂ ਇੰਜ ਕਹਿ ਲਿਆ ਜਾਏ ਕਿ ਦੇਸ਼ ਦੇ ਅੰਦਰ ਇੰਡੀਆ ਗੱਠਜੋੜ ਦੇ ਵਿੱਚ ਜਿੱਥੇ ਕਾਂਗਰਸ ਤੇ ਆਪ ਇਕੱਠੇ ਨਜ਼ਰ ਆਏ, ਤਾਂ ਪੰਜਾਬ ਦੇ ਵਿੱਚ ਇਹ ਤਸਵੀਰ ਕੁਝ ਅੱਡ ਨਜ਼ਰ ਆਈ। ਤਸਵੀਰ ਇਸ ਕਰਕੇ ਵੀ ਵੱਖ ਨਜ਼ਰ ਆਈ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਧਿਰ ਹੈ ਤੇ ਕਾਂਗਰਸ ਵਿਰੋਧੀ ਧਿਰ, ਅਤੇ ਇਸ ਸਥਿਤੀ ਦੇ ਵਿੱਚ ਗੱਠਜੋੜ ਨੂੰ ਮਨਜ਼ੂਰ ਕਰਨਾ ਦੋਵੇਂ ਹੀ ਧਿਰਾਂ ਦੇ ਲਈ ਕਿਤੇ ਨਾ ਕਿਤੇ ਔਖਾ ਕੰਮ ਹੈ, ਕਿਉਂਕਿ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਦੋਹੇ ਪਾਰਟੀਆਂ ਨੇ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕੀਤਾ ਤੇ ਹੁਣ ਉਸੇ ਪਾਰਟੀ ਦੇ ਨਾਲ ਗੱਠਜੋੜ ਕਰਕੇ ਉਸਦੇ ਸੋਲੇ ਗਾਉਣਾ ਵੀ ਸੁਖਾਲਾ ਨਹੀਂ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਪੰਜਾਬ ਕਾਂਗਰਸ ਦਾ ਇਸ ਅਲਾਇੰਸ ਤੇ ਕੀ ਕੁਝ ਸਟੈਂਡ ਹੈ, ਹੁਣ ਤੱਕ ਕੀ ਤਸਵੀਰ ਰਹੀ, ਆਓ ਉਹ ਵੀ ਜਾਣ ਲੈਂਦੇ ਹਾਂ। ਬੇਸ਼ੱਕ ਚੌਥੀ ਬੈਠਕ ਦੇ ਵਿੱਚ ਸੀਟਾਂ ਦੀ ਵੰਡ ਤੇ ਸਾਂਝੀਆਂ ਰੈਲੀਆਂ ਨੂੰ ਲੈ ਕੇ ਚਰਚਾ ਹੋਈ, ਪਰ ਗੱਠਜੋੜ ਦੇ ਸਮੀਕਰਨ ਬਹੁਤ ਹੀ ਸੁਖਾਲੇ ਨਹੀਂ ਹਨ, ਖਾਸ ਤੌਰ ਤੇ ਜੇਕਰ ਗੱਠਜੋੜ ਨੂੰ ਪੰਜਾਬ ਦੇ ਸੰਦਰਭ ਦੇ ਵਿੱਚ ਦੇਖਿਆ ਜਾਏ, ਕਿਉਂਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵੇਂ ਹੀ ਇੰਡੀਆ ਗੱਠਜੋੜ ਦਾ ਹਿੱਸਾ ਨੇ, ਜਦਕਿ ਪੰਜਾਬ 'ਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਵਿਰੋਧ 'ਚ ਨੇ। ਹੁਣ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਵਿਰੋਧੀ ਧਿਰ ਕਾਂਗਰਸ ਹੈ, ਤੇ ਇਸੇ ਗੱਲ ਨੂੰ ਲੈ ਕੇ ਸੀਟ ਸ਼ੇਅਰਿੰਗ ਤੇ ਵੀ ਪੇਚ ਫਸਦਾ ਹੋਇਆ ਵਿਖਾਈ ਦੇ ਰਿਹਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਲੀਡਰ ਦਾਅਵਾ ਕਰ ਰਹੇ ਨੇ ਕਿ ਉਹ ਆਪਣੇ ਪੱਧਰ ਤੇ ਹੀ ਲੋਕ ਸਭਾ ਦੀਆਂ ਚੋਣਾਂ ਲੜਨਗੇ।
ਭਾਰਤ ਭੂਸ਼ਣ ਆਸ਼ੂ ਨੇ ਹਾਈਕਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਜੇਕਰ ਪੰਜਾਬ 'ਚ ਆਪ ਕਾਂਗਰਸ ਗੱਠਜੋੜ ਹੋਇਆ ਤਾਂ ਕਾਂਗਰਸ ਲਈ ਇਹ ਕਿਸੇ ਸੁਸਾਈਡ ਤੋਂ ਘੱਟ ਨਹੀਂ ਹੋਏਗਾ। ਕਾਂਗਰਸ ਪਾਰਟੀ ਦੇ ਕਾਰਕੁਨ ਹਮਾ ਕੇ ਸਾਰੇ ਪ੍ਰਦਰਸ਼ਨਾਂ ਦੇ ਵਿੱਚ ਆਉਂਦੇ ਜਾ ਰਹੇ, ਪਰ ਪ੍ਰਧਾਨ ਸਾਹਿਬ ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ, ਅਲਾਈਅੰਸ ਕਰ ਲਿਆ? ਮੈਨੂੰ ਦੱਸੋ। ਆ ਬੈਠੇ ਬਾਜਵਾ ਸਾਹਿਬ ਵੀ ਇਹੀ ਗੱਲ ਕਰ ਰਹੇ ਸੀ ਵੀ ਯਾਰ ਕਿਤੇ ਕੋਈ ਭਾਣਾ ਵਰਤ ਨਾ ਜਾਏ, ਜਿਸ ਤਰੀਕੇ ਅਸੀਂ ਲੱਗੇ ਹੋਏ ਆ ਕਿਤੇ ਉੱਪਰੋਂ ਕੋਈ ਇਹੋ ਜਿਹਾ ਹੁਕਮਨਾਮਾ ਜਾਰੀ ਨਾ ਹੋ ਜਾਏ। ਤੁਹਾਡੇ ਦੋਨਾਂ ਦੀ ਇਹ ਡਿਊਟੀ ਬਣਦੀ ਹੈ ਵੀ ਇਹਨਾਂ ਦੀਆਂ ਭਾਵਨਾਵਾਂ ਪੂਰੇ ਜ਼ੋਰ ਨਾਲ ਉੱਥੇ ਉਠਾਇਓ ਜੇ। ਅਗਰ ਤੁਸੀਂ ਕਿਤੇ ਕੋਈ ਗਲਤੀ ਨਾਲ ਅਲਾਈਅੰਸ ਵਗੈਰਾ ਕਰ ਲਿਆ ਤੇ ਭਾਈ ਸੁਸਾਈਡ ਕਰਨ ਨਾਲੋਂ ਮੇਰੇ ਵਰਗੇ ਬੰਦੇ ਤਾਂ ਘਰ ਬੈਠਣਾ ਪਸੰਦ ਕਰਨਗੇ। ਅਸੀਂ ਉਸ ਅਲਾਈਅੰਸ ਦੇ ਵਿੱਚ ਆਣਾ ਕੋਈ ਨਹੀਂ। ਉਧਰ ਪ੍ਰਗਟ ਸਿੰਘ ਨੇ ਵੀ ਕਿਹਾ ਹੈ ਕਿ ਜੇ ਸਮਝੌਤਾ ਹੋਇਆ ਤਾਂ ਲੋਕਾਂ ਨੂੰ ਉਹ ਕੀ ਮੂੰਹ ਦਿਖਾਉਣਗੇ। ਮੇਰੀ ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ, ਚਲੋ ਸਾਰੇ ਚੱਲੀਏ ਰਲ ਕੇ। ਸੋ ਆਪਾਂ ਸਾਰੇ ਇਸ ਗੱਲ ਦਾ ਅਪੋਜ਼ ਵੀ ਕਰੀਏ, ਕਿਉਂਕਿ ਜਿੱਥੇ ਦੇਸ਼ ਨੂੰ ਖਤਰਾ, ਕਿਉਂਕਿ ਬੀਜੇਪੀ ਦੀ ਬੀ ਟੀਮ ਮੈਂ ਇਸ ਕਰਕੇ ਕਹਿੰਦਾ ਇਹ ਜਿੱਥੋਂ ਬਣ ਕੇ ਆਈ ਹੈ ਨਾ, ਇਹ ਉਸ 2013 ਦੀ ਗੱਲ ਹੈ ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚੋਂ ਇਹਨਾਂ ਨੇ ਆਪਣੀ ਬੀ ਟੀਮ ਕੱਢੀ ਤਾਂ ਕਿ ਕਾਂਗਰਸ ਨੂੰ ਜਿਹੜਾ ਖਤਮ ਕੀਤਾ ਜਾ ਸਕੇ। ਖੈਰ, ਜਿੱਥੇ ਗੱਠਜੋੜ ਨੇ ਸੁਰਖੀਆਂ ਬਟੋਰੀਆਂ ਤਾਂ ਉੱਥੇ ਹੀ ਸਾਲ 2023 ਦੀ ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਦਰਅਸਲ 13 ਦਸੰਬਰ 2023 ਨੂੰ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸੰਸਦ ਦੀ ਨਵੀਂ ਇਮਾਰਤ 'ਚ ਹੋਈ ਸੁਰੱਖਿਆ ਕੋਤਾਹੀ ਨੂੰ ਲੈ ਕੇ ਖੂਬ ਹੰਗਾਮਾ ਦੇਖਣ ਨੂੰ ਮਿਲਿਆ ਅਤੇ ਇਸੇ ਦੇ ਚਲਦੇ ਵਿਰੋਧੀ ਦਲਾਂ ਦੇ 143 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੁਅੱਤਲ ਕੀਤੇ ਗਏ ਸੰਸਦ ਮੈਂਬਰ ਸਿਕਿਉਰਿਟੀ ਬ੍ਰੀਚ ਮਾਮਲੇ ਤੇ ਸੰਸਦ ਦੇ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੀ ਮੰਗ ਕਰ ਰਹੇ ਸਨ। ਬਿਆਨ ਤਾਂ ਕੀ ਆਉਣਾ ਸੀ, ਉਲਟਾ 143 ਸੰਸਦ ਮੈਂਬਰਾਂ ਨੂੰ ਹੀ ਸੰਸਦ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਖੈਰ, ਨਜ਼ਾਰਾ ਸੰਸਦ ਦੇ ਬਾਹਰ ਵੀ ਦੇਖਣ ਵਾਲਾ ਸੀ, ਕਿਉਂਕਿ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਵਿਰੋਧੀਆਂ ਦੀਆਂ ਨਕਲਾਂ ਤੱਕ ਉਤਾਰੀਆਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ नारेबाजी की गई। एक बहुत बड़ा सिक्योरिटी लैप्स, उससे बड़ा एक इंटेलिजेंस फेलियर हुआ है। जिस पार्लियामेंट को हमारे देश की सबसे सिक्योर चीज़ मानी जाती है, उसमें चंद बेरोजगार बच्चे घुस के ऐसी हरकत कर दें तो हर एक के जहन में आता है कि देश कितना सुरक्षित है, दिल्ली कितनी सुरक्षित है और लोग कितने सुरक्षित हैं। और यहाँ पे जिन लोगों की जानों को, चलो भगवान की कृपा है, कोई खतरा नहीं, वो आज जवाब तो चाहते हैं लोग कि कैसे ये हो गया, इतनी बड़ी चूक कैसे हुई। तो थोड़ा हल्ला गुल्ला ऊपर से आया तो हमने ध्यान दिया, एक आदमी पहले कूद गया, दूसरा भी कूद रहा था। तो जो पहले कूद गया वो ऊपर से स्पीकर की तरफ बढ़ रहा था और वो हल्ला गुल्ला कर रहा था। वो उसने जूता उतारना शुरू किया, जूते में कोई चीज़ थी, तो जब उसने शुरू किया उसको वो पकड़ा गया। बेनीवाल थे, उन्होंने उनके जब पास पहुंचे उन्होंने पकड़ लिया। तो फिर मेरे को था कि एक दूसरा भी है पीछे। जब हम वहां तक पहुंचे तो उसने वो बम टाइप था, कुछ स्मोक सा निकल रहा था, ये पीले रंग का बहुत धुआं था, ये बिल्कुल वही लगा है। उसी को मैंने फिर पकड़ के उसको शीन के बाहर तक फेंकने शुरू किया ताकि वो एक पता नहीं लग रहा था क्या है, तो लेकिन सबकी सुरक्षा का मामला था। जब से ये नया पार्लियामेंट बना है इसका ये प्रॉब्लम आ रहा है, आने जाने का रास्ता एक ही है, कोई भी पार्लियामेंट में जा रहा है, कैंटीन में सब इकट्ठे बैठ रहे हैं, वो थोड़ा सा सेपरेट चाहिए। पुराना पार्लियामेंट था, ये सब चीज़ें अलग अलग थी, तो वहाँ तक को पहुँचने को 10 बार सोचता था, लेकिन ये बहुत बड़ी सिक्योरिटी छूट हुई है। ये बात है कि इंक्वायरी करके अगर वो किसी बाहरी एजेंसी के लोग नहीं हैं तो उनके ऊपर इस तरह की सख्ती नहीं होनी चाहिए, क्योंकि है तो वो अपने देश के नागरिक ही, देश के लोग ही हैं। उनका तरीका गलत हो सकता है बात करने का, पर उनका मुझे लगता मकसद गलत नहीं था। उधर विरोधी एकजुट होए, नाल ही जम के सियासत भी हुई। इस सब दे विचाले सियासी समीकरण की कहते हैं उस ते भी निगाह मारांगे। दरअसल 5 सूबਿਆਂ ਦੇ ਵਿੱਚ विधान सभा ਚੋਣਾਂ ਦੇ ਨਤੀਜੇ ਆਏ। राजस्थान, मध्य प्रदेश, छत्तीसगढ़ ਤੇ तेलंगाना विधान सभा ਚੋਣਾਂ ਦੇ ਨਤੀਜਿਆਂ ਦੇ ਵਿੱਚ ਭਾਜਪਾ ਨੂੰ 3 ਸੂਬਿਆਂ 'ਚ ਸਫਲਤਾ ਮਿਲੀ, ਜਦਕਿ ਕਾਂਗਰਸ ਨੂੰ ਸਿਰਫ तेलंगाना ਤੇ ਹੀ ਸਬਰ ਕਰਨਾ ਪਿਆ। 3 ਸੂਬਿਆਂ ਦੇ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਬਣੀ ਤਾਂ ਭਾਜਪਾ ਦੇ ਵੱਲੋਂ ਮੁੱਖ ਮੰਤਰੀਆਂ ਦੀ ਚੋਣ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ।
ਰਾਜਸਥਾਨ 'ਚ सांगानेर सीट ਤੋਂ ਵਿਧਾਇਕ ਬਣੇ ਭਜਨ ਲਾਲ ਸ਼ਰਮਾ ਮੁੱਖ ਮੰਤਰੀ ਬਣੇ ਤਾਂ ਮੱਧ ਪ੍ਰਦੇਸ਼ ਦੇ ਵਿੱਚ ਮੋਹਨ ਯਾਦਵ ਨੂੰ ਸੀਐਮ ਐਲਾਨਿਆ ਗਿਆ। ਦੂਜੇ ਪਾਸੇ ਛੱਤੀਸਗੜ੍ਹ ਦੇ ਵਿੱਚ श्री विष्णु देओसाई ਨੂੰ सूबे ਦੀ ਜ਼ਿੰਮੇਵਾਰੀ ਥਾਪੀ ਗਈ ਹੈ। पर ਅਜਿਹੇ ਦੇ ਵਿੱਚ ਜੇਕਰ ਗੱਲ ਇੰਡੀਆ ਅਲਾਇੰਸ ਦੀ ਕੀਤੀ ਜਾਏ, ਅਲਾਇੰਸ ਦੀ ਅਸੀਂ ਇਸ ਪੂਰੇ ਗੱਠਜੋੜ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਇਸ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਕੀ ਰਹੇ ਨੇ ਚੋਣ ਨਤੀਜੇ, ਕੀ ਰਿਹਾ ਭਾਜਪਾ ਦਾ ਆਧਾਰ, ਆਓ ਉਹ ਵੀ ਜਾਣਦੇ ਹਾਂ। ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ 3 ਸੂਬਿਆਂ ਦੇ ਵਿੱਚ ਬੀਜੇਪੀ ਦਾ ਕਮਲ ਖਿੜਿਆ। ਖਾਸ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਾਦੂ ਚੱਲਿਆ ਤੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਨੂੰ ਹੀ ਵੋਟਾਂ ਪਾਈਆਂ। ਉਹ ਕਹਿੰਦੇ ਨੇ ਕਿ ਬੀਜੇਪੀ ਦੀ ਜ਼ਮੀਨੀ ਪੱਧਰ ਤੇ ਬੂਥ ਪੱਧਰ ਦੀ ਨੀਤੀ ਕਾਮਯਾਬ ਰਹੀ, ਜਦਕਿ ਕਾਂਗਰਸ ਅਜਿਹਾ ਕਰਨ ਦੇ ਵਿੱਚ ਅਸਫਲ ਹੀ ਰਹੀ ਹੈ। ਹੁਣ ਰਾਜਸਥਾਨ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੀ ਖਿੱਚੋਤਾਣ ਨੇ ਕਾਂਗਰਸ ਦਾ ਖਾਸਾ ਨੁਕਸਾਨ ਕੀਤਾ। ਬੀਜੇਪੀ ਦੇ ਚੋਣ ਪ੍ਰਚਾਰ ਦੇ ਵਿੱਚ ਪਾਰਟੀ ਦੇ ਕੇਂਦਰ ਦੇ ਆਗੂਆਂ ਦੀ ਭੂਮਿਕਾ ਅਹਿਮ ਰਹੀ। ਦੂਜੇ ਪਾਸੇ ਕਾਂਗਰਸ ਦੇ ਚੋਣ ਪ੍ਰਚਾਰ ਦੀ ਕਮਾਨ ਸਿਰਫ ਕਮਲਨਾਥ ਦੇ ਹੱਥ ਹੀ ਰਹੀ। ਇਸੇ ਦੇ ਚਲਦੇ ਪਾਰਟੀ ਨੂੰ ਨਿਰਾਸ਼ਾ ਦੇਖਣ ਨੂੰ ਮਿਲੀ। ਦੂਜਾ ਇੰਡੀਆ ਅਲਾਇੰਸ ਦੇ ਅਸਰ ਦੀ ਗੱਲ ਕੀਤੀ ਜਾਏ ਤਾਂ ਇਸ ਦਾ ਕੋਈ ਖਾਸ ਅਸਰ ਹੁੰਦਾ ਨਜ਼ਰ ਨਹੀਂ ਆਇਆ। ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ INDIA ਗੱਠਜੋੜ ਦਾ ਜਾਦੂ ਚੱਲ ਹੀ ਨਹੀਂ ਸਕਿਆ। ਹੁਣ ਗੱਲ ਕਰਦੇ ਹਾਂ 2023 ਦੇ ਵੋਟ ਸ਼ੇਅਰ ਦੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਮੱਧ ਪ੍ਰਦੇਸ਼ ਦੀ। ਸਾਲ 2018 ਚ ਜਿੱਥੇ ਭਾਜਪਾ ਦਾ ਵੋਟ ਸ਼ੇਅਰ 41.02% ਰਿਹਾ ਤਾਂ ਉੱਥੇ ਹੀ ਇਸ ਵਾਰੀ 2023 ਦੇ ਵਿੱਚ ਇਹ ਵਧਿਆ ਤੇ ਵੱਧ ਕੇ 48.55% ਰਿਹਾ। ਜਦਕਿ ਕਾਂਗਰਸ ਦੀ ਗੱਲ ਕੀਤੀ ਜਾਏ ਵੋਟ ਸ਼ੇਅਰ ਫੀਸਦ 2018 ਦੇ ਮੁਕਾਬਲੇ ਇਸ ਵਾਰੇ 2023 ਚ 40.89 ਤੋਂ ਘਟ ਕੇ 40.4% ਹੀ ਰਹਿ ਗਿਆ। उधर राजस्थान दे विच भी भाजपा ने 2018 के मुकाबले इस बारे चंगा प्रदर्शन किया। 2018 च जिथे ये वोट शेयर 38.77% सी तां 2023 दे विच वध के 41.69% रहा। जबकि कांग्रेस की स्थिति पहलां दे वांग ही स्थिर रही ते 39.53 दे नाल वोट शेयर फीसद थोड़े फर्क दे नाल ही वधिया। ਹੁਣ ਛੱਤੀਸਗੜ੍ਹ ਦੇ ਵੀ ਆંકੜੇ ਵੇਖ ਲੈਂਦੇ ਹਾਂ। ਵੋਟ ਸ਼ੇਅਰ ਨੂੰ ਲੈ ਕੇ ਛੱਤੀਸਗੜ੍ਹ 'ਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਇਹ ਵੋਟ ਸ਼ੇਅਰ ਪਹਿਲਾਂ ਜਿੱਥੇ 2018 'ਚ 32.97% ਰਿਹਾ ਤਾਂ ਉੱਥੇ ਹੀ 2023 ਦੇ ਵਿੱਚ ਵੱਧ ਕੇ 46.27% ਤੇ ਆ ਗਿਆ। ਕਾਂਗਰਸ ਦੀ ਗੱਲ ਕੀਤੀ ਜਾਏ ਤਾਂ 2018 ਦੇ ਮੁਕਾਬਲੇ 43.04 ਤੋਂ ਘਟ ਕੇ 42.23% ਦੇ ਨਾਲ ਘੱਟ ਹੀ, ਯਾਨੀ ਬਹੁਤਾ ਚੰਗਾ ਪ੍ਰਦਰਸ਼ਨ ਨਹੀਂ ਰਿਹਾ। ਦੂਜੇ ਬੰਨੇ ਇਸ ਵਾਰੀ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਕਾਂਗਰਸ ਨੇ ਇੱਥੇ BRS ਯਾਨੀ ਭਾਰਤੀ ਰਾਸ਼ਟਰੀ ਸਮਿਤੀ ਨੂੰ ਪਛਾੜ ਦਿੱਤਾ। 2018 ਦੇ ਮੁਕਾਬਲੇ ਭਾਵੇਂ ਕਿ BRS ਦਾ ਵੋਟ ਸ਼ੇਅਰ 37.35 ਰਿਹਾ ਤਾਂ ਉੱਥੇ ਹੀ ਕਾਂਗਰਸ ਨੇ ਇਸ ਸਾਲ BRS ਨੂੰ ਪਛਾੜ ਕੇ 39.4% ਵੋਟ ਸ਼ੇਅਰ ਦੇ ਨਾਲ ਤੇਲੰਗਾਨਾ ਦੇ ਵਿੱਚ ਆਪਣੀ ਸਰਕਾਰ ਬਣਾ ਲਈ। ਜਦਕਿ ਭਾਜਪਾ ਦੇ ਸਮੀਕਰਨਾਂ ਦੀ ਗੱਲ ਕੀਤੀ ਜਾਏ ਤਾਂ 13.9% ਹੀ ਇਹ ਵੋਟ ਸ਼ੇਅਰ ਹੈ। ਹੁਣ ਗੱਲ ਕਰਾਂਗੇ ਦੇਸ਼ ਦੇ ਅੰਦਰ ਇੰਡੀਆ ਗੱਠਜੋੜ ਤੇ ਭਾਜਪਾ ਦੇ ਆਧਾਰ ਦੀ। 3 ਦਸੰਬਰ 2023 ਨੂੰ ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ ਤੇ ਛੱਤੀਸਗੜ੍ਹ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ। ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਭਾਜਪਾ ਨੂੰ 3 ਸੂਬਿਆਂ 'ਚ ਸਫਲਤਾ ਮਿਲੀ, ਜਦਕਿ ਕਾਂਗਰਸ ਨੂੰ ਸਿਰਫ ਤੇਲੰਗਾਨਾ ਤੇ ਹੀ ਸਬਰ ਕਰਨਾ ਪਿਆ। ਉਧਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਇਹਨਾਂ ਚੋਣਾਂ 'ਚ ਪਾਰਟੀ ਪੱਲੇ ਨਿਰਾਸ਼ਾ ਹੀ ਪਈ। ਆਮ ਆਦਮੀ ਪਾਰਟੀ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਵਿੱਚ ਆਪਣਾ ਖਾਤਾ ਤੱਕ ਨਹੀਂ ਖੋਲ ਸਕੀ। ਚੋਣ ਅੰਕੜਿਆਂ ਦੇ ਮੁਤਾਬਕ ਪਾਰਟੀ ਨੂੰ ਨੋਟਾ ਦੇ ਬਰਾਬਰ ਵੀ ਵੋਟਾਂ ਨਹੀਂ ਹਾਸਲ ਹੋਈਆਂ। ਇਹਨਾਂ ਚੋਣਾਂ ਨੂੰ 2024 ਦੇ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਸੈਮੀਫਾਈਨਲ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਸੀ।
ਭਾਵੇਂ ਕਿ ਤੇਲੰਗਾਨਾ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤੇ 3 ਸੂਬਿਆਂ 'ਚ ਕਾਂਗਰਸ ਦੀ ਹਾਰ ਨੂੰ ਰਾਹੁਲ ਗਾਂधी ਨੇ ਕਬੂਲ ਕਰਦਿਆਂ ਕਿਹਾ ਕਿ ਵਿਚਾਰਧਾਰਾ ਦੀ ਲੜਾਈ जारी रहेगी। हमारी कास्ट सेंसस पे चर्चा हुई, डिस्कशन हुआ और एक ऐतिहासिक निर्णय कांग्रेस वर्किंग कमेटी ने लिया है और यूनानिमसली लिया है। मगर मतलब कमरे में कोई ऐसा व्यक्ति नहीं था जिसने अपना पूरा सपोर्ट कास्ट सेंसस का जो कॉन्सेप्ट है उसको नहीं दिया। तो काफ़ी खुशी की बात है। हमारे यहाँ चीफ मिनिस्टर्स बैठे हैं, हमारे चीफ मिनिस्टर्स ने भी डिसीजन लिया है कि वो भी राजस्थान में, कर्नाटक में, छत्तीसगढ़ में, हिमाचल में कास्ट सेंसस को आगे बढ़ाएंगे। ये जो आपके शब्द हैं लिटमस टेस्ट, ये केमिस्ट्री में चलते हैं, ये राजनीति में नहीं चलते हैं। हमारी सिंपल सी बात है, हम सब ने निर्णय ले लिया है कि हिंदुस्तान के भविष्य के लिए कास्ट सेंसस जरूरी है। एक कास्ट सेंसस के बाद एक नया डेवलपमेंट का पैराडाइम खुलेगा और हमने निर्णय ले लिया कि हम ये काम करेंगे। तो ये मैं आपको आज बता रहा हूं कि कांग्रेस पार्टी इस काम को पूरा करके ही छोड़ेगी। देयर आर 4, हमारे 4 चीफ मिनिस्टर्स हैं, 4 में से 3 ओबीसी वर्ग के हैं। बीजेपी के 10 चीफ मिनिस्टर हैं, 1 ओबीसी वर्ग के हैं और वो भी कुछ ही दिन में चीफ मिनिस्टर नहीं रहेंगे। तो बात बहुत होती है ओबीसीज की, मगर नरेंद्र मोदी जी को यह बताना है कि ओबीसीज के लिए आपने किया क्या। मैंने पार्लियामेंट में उदाहरण दिया कि 90 अफसरों में से 3 अफसर ओबीसी वर्ग के। नरेंद्र मोदी जी ने उसके बारे में कुछ नहीं बोला। हमारी सोच है कि जो नरेंद्र मोदी जी और बीजेपी ने नफरत, हिंसा और डर का विजन दिया है, हम देश को मोहब्बत, रिस्पेक्ट और भागीदारी का विजन दें। ਹੁਣ ਸਵਾਲ ਆਉਂਦਾ ਹੈ ਚੋਣ ਸਮੀਖਿਆ ਦਾ। ਭਾਰਤ ਵਿੱਚ ਇਸ ਸਮੇਂ 6 ਰਾਸ਼ਟਰੀ ਪਾਰਟੀਆਂ ਨੇ, ਭਾਜਪਾ, ਕਾਂਗਰਸ, ਬਸਪਾ, ਸੀਪੀਐਮ, ਨੈਸ਼ਨਲ ਪੀਪਲਸ ਪਾਰਟੀ ਅਤੇ ਆਮ ਆਦਮੀ ਪਾਰਟੀ। ਜੇਕਰ ਧਰਾਤਲ ਤੇ ਸਿਆਸੀ ਘੋਖ ਕੀਤੀ ਜਾਏ ਤਾਂ ਰਾਜਸਥਾਨ, ਐਮਪੀ ਤੇ ਛੱਤੀਸਗੜ੍ਹ ਜਿੱਤਣ ਮਗਰੋਂ ਭਾਜਪਾ ਹੱਥ 12 ਸੂਬੇ ਰਹਿ ਗਏ ਨੇ। ਕਾਂਗਰਸ ਦੇ ਕੋਲ ਸਿਰਫ 3 ਸੂਬੇ ਹੀ ਨੇ। ਯਾਨੀ ਮੋਦੀ ਸਰਕਾਰ ਨੂੰ ਹਰਾਉਣ ਦੇ ਲਈ ਇੰਡੀਆ ਗੱਠਜੋੜ ਨੂੰ ਹੋਰ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਉਧਰ ਇੰਡੀਆ ਗੱਠਜੋੜ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਮ ਪ੍ਰਸਤਾਵਿਤ ਕੀਤਾ ਗਿਆ। ਪਰ ਇਸ ਸਭ ਦੇ ਵਿਚਾਲੇ ਸਵਾਲ ਬਰਕਰਾਰ ਹੈ ਕਿ ਕੀ ਵਿਰੋਧੀ ਧਿਰਾਂ ਦਾ ਏਕਾ ਬੀਜੇਪੀ ਦੀ ਮਜ਼ਬੂਤ ਰਣਨੀਤੀ 'ਚ ਸੰਨਮਾਰੀ ਕਰ ਪਾਏਗਾ। ਸਵਾਲ ਹੈ ਕਿ ਕੀ ਮੋਦੀ ਸਾਹਮਣੇ ਖੜਗੇ ਜਾਂ ਕੋਈ ਹੋਰ ਚਿਹਰਾ ਟਿਕ ਸਕੇਗਾ। ਇਹ ਤਾਂ ਹੁਣ ਆਮ ਚੋਣਾਂ ਦੇ ਵਿੱਚ ਹੀ ਸਾਫ਼ ਹੋ ਪਾਏਗਾ। ਪਰ ਹਾਲ ਦੀ ਘੜੀ ਇੰਡੀਆ ਗੱਠਜੋੜ ਦੇ ਲਈ ਜਿੱਥੇ ਮੋਦੀ ਦੀ ਲੋਕਪ੍ਰਿਯਤਾ ਇੱਕ ਵੱਡੀ ਚੁਣੌਤੀ ਹੈ, ਤਾਂ ਉੱਥੇ ਹੀ ਭਾਜਪਾ ਦੀ ਰਣਨੀਤੀ ਦੇ ਚੱਕਰਵਿਊਹ ਨੂੰ ਤੋੜਨਾ ਵੀ ਸੌਖਾ ਨਹੀਂ ਹੋਏਗਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬ, ਹਰਿਆਣਾ, ਹਿਮਾਚਲ। ਸਾਲ 2023 ਦੇ ਵਿੱਚ ਹੋਇਆ ਵਿਰੋਧੀਆਂ ਦਾ ਇਹ ਗੱਠਜੋੜ ਸਾਲ 2024 ਦੇ ਵਿੱਚ ਆਪਣੀ ਮੰਜ਼ਿਲ ਨੂੰ ਸਰ ਕਰ ਸਕੇਗਾ ਜਾਂ ਨਹੀਂ, ਸਵਾਲ ਬਰਕਰਾਰ ਹੈ ਤੇ ਜਵਾਬ ਤੁਹਾਡੇ ਕੋਲ ਯਾਨੀ ਕਿ ਦੇਸ਼ ਦੀ ਆਵਾਮ ਦੇ ਕੋਲ ਹੈ, ਜੋ ਚੋਣਾਂ ਤੋਂ ਬਾਅਦ ਹੀ ਮਿਲ ਸਕੇਗਾ। बहरहाल दो इजाजत ते देखते रहो डेली पोस्ट पंजाब, हरियाणा, हिमाचल। धन्यवाद। ऐसा लग रहा है जैसे मैं अपने कुटुंब के बीच आ गया। But force the BJP to carry out the caste census or then get out of the way so we can carry out the caste census. ਕਿਹੜੇ ਮੂੰਹ ਨਾਲ ਅੱਜ ਤੋਂ ਮਹੀਨੇ 1.5 ਮਹੀਨੇ ਬਾਅਦ ਇਹਨਾਂ ਦੇ ਕੋਲ ਆਓਗੇ ਜੇ ਤੁਸੀਂ ਸਮਝੌਤਾ ਕਰ ਲਿਆ, ਅਲਾਈਅੰਸ ਕਰ ਲਿਆ, ਮੈਨੂੰ ਦੱਸੋ।